ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਜਦੋਂ ਧੌਲ ਰੂਪੀ ਬਲਦ ਨੇ ਨਿਰੰਕਾਰ ਦੇ ਦਰ ਦੇ ਅੱਗੇ ਇਹ ਅਰਦਾਸ ਬੇਨਤੀ ਕੀਤੀ ਕਿ ਥੰਮੇ ਕੋਈ ਨਾ ਸਾਧ ਬਿਨ, ਸਾਧ ਨਾ ਦਿਸੇ ਜੱਗ ਵਿੱਚ ਕੋਆ, ਧਰਮ ਧੌਲ ਪੁਕਾਰੇ ਤਲੇ ਖਲੋਇਆ। ਸੋ ਜਦੋਂ ਇਸ ਧਰਮ ਰੂਪੀ ਧੌਲ ਦੀਆਂ 3 ਲੱਤਾਂ ਟੁੱਟ ਗਈਆਂ ਸੀਗੀਆਂ, ਸੋ ਉਸ ਟਾਈਮ ਧਰਮ ਰੂਪੀ ਧੌਲ ਜਿਹੜਾ ਸੀਗਾ ਇਹ ਇੱਕ ਲੱਤ ਦੇ ਭਾਰ ਜਿਹੜਾ ਸੀ ਖੜ ਕੇ ਵਾਹਿਗੁਰੂ ਨਿਰੰਕਾਰ ਦੇ ਦਰ ਦੇ ਅੱਗੇ ਅਰਦਾਸਾਂ ਕਰਦਾ ਸੀਗਾ। ਸੋ ਇਸ ਦੀ ਜਦ ਪੁਕਾਰ ਵਾਹਿਗੁਰੂ ਨਿਰੰਕਾਰ ਨੇ ਸੁਣੀ ਆ ਤਾਂ ਉਸ ਨਿਰੰਕਾਰ ਨੇ ਆਪਣਾ ਸਰਗਣ ਰੂਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਧਾਰਨ ਕੀਤਾ। ਤਾਂ ਇਸ ਧਰਤੀ ਦੀ ਪੁਕਾਰ ਨੂੰ ਸੁਣ ਕੇ ਇਸ ਤੜਫ ਰਹੀ ਲੋਕ ਲਕਾਈ ਨੂੰ ਠੰਡ ਪਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣਾ ਇਹ ਜਿਹੜਾ ਸਰੂਪ ਸੀਗਾ ਇਹ 10 ਜਾਮਿਆਂ ਦੇ ਵਿੱਚ ਵਰਤ ਕੇ ਤੇ ਇਸ ਸੰਸਾਰ ਨੂੰ ਪੂਰੇ ਨੂੰ ਸਾਰੀ ਵਾਹਿਗੁਰੂ ਦੀ ਅਕਾਲ ਪੁਰਖ ਸ਼ਕਤੀ ਦੀ ਮਿਹਰ ਦੇ ਨਾਲ ਜੋੜਿਆ ਹੈਗਾ। ਸੋ ਵਾਹਿਗੁਰੂ ਨਿਰੰਕਾਰ ਜੀ ਦਾ ਜੋ ਇਹ ਕਈਆਂ ਯੁੱਗਾਂ ਤੋਂ ਇਸ ਧਰਤੀ ਦੀ ਅਰਦਾਸ ਜਿਹੜੀ ਸੀਗੀ ਕਿ ਉਸ ਦੇ ਜਿਹੜੇ ਸੀਗੇ 3 ਪੈਰ ਟੁੱਟ ਗਏ ਸੀਗੇ। ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਧਰਮ ਰੂਪੀ ਧੌਲ ਦੇ ਜਿਹੜੇ ਹੈ ਨਾ 4 ਪੈਰ ਹੁੰਦੇ ਆ। ਪਹਿਲਾ ਹੈ ਰਾਜਾ, ਦੂਸਰਾ ਪੰਡਤ, ਤੀਸਰਾ ਸਹਿਤ ਤੇ ਚੌਥਾ ਤੀਰਥ। ਕਿਉਂਕਿ ਧਰਮੀ ਰਾਜੇ ਜਿਹੜੇ ਸੀਗੇ ਉਹ ਨਾਮ ਮਾਤਰ ਰਹਿ ਗਏ ਸੀਗੇ। ਸੋ ਪੰਡਤ ਜਿਹੜੇ ਵਿਦਵਾਨ ਸੀਗੇ ਉਹ ਵਿਦਵਾਨ ਜਿਹੜੇ ਕਹਾਉਣ ਵਾਲੇ ਸੀਗੇ ਉਹ ਵੀ ਲੋਭੀ ਹੋ ਗਏ ਸੀ, ਲਾਲਚ ਵਿੱਚ ਹੋ ਗਏ ਸੀਗੇ। ਸਬਰ ਸੰਤੋਖ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਸੀਗੀਆਂ ਨੇ ਤੋੜ ਦਿੱਤੀਆਂ ਸੀਗੀਆਂ। ਇਸ ਤਰ੍ਹਾਂ ਜਿਹੜਾ ਸਹਿਤ ਇਸ ਢੰਗ ਦਾ ਹੋ ਗਿਆ ਸੀਗਾ ਕਿ ਸਹਿਤ ਵਾਹਿਗੁਰੂ ਦੇ ਨਾਲ ਜੋੜਨ ਦੀ ਜਗ੍ਹਾ ਤੋੜਨ ਵਾਲ ਜਿਹੜਾ ਹੈ ਨਾ ਉਹ ਵਧੇਰੇ ਜਿਹੜਾ ਸੀਗਾ ਉਹ ਪ੍ਰਕਾਸ਼ ਹੋ ਗਿਆ ਸੀਗਾ। ਅਤੇ ਚੌਥਾ ਜਿਹੜਾ ਤੀਰਥ ਹੈਗਾ, ਤੀਰਥ ਖਾਸ ਕਰਕੇ ਜਿਹੜੇ ਸੇਧ ਦੇਣ ਵਾਲੇ ਅਸਥਾਨ ਸੀਗੇ ਉਹ ਪੂਜਾ ਦੇ ਧਾਮ ਦੇ ਜਿਹੜੇ ਸੀਗੇ ਉਹ ਖਾਸ ਅੱਡੇ ਬਣ ਗਏ ਸੀਗੇ, ਜਿੱਥੇ ਕੇਵਲ ਤੇ ਕੇਵਲ ਜਿਹੜਾ ਸੀਗਾ ਉਹ ਸ਼ਰਧਾਲੂਆਂ ਨੂੰ ਲੁੱਟਿਆ ਜਾਂਦਾ ਸੀਗਾ। ਉਹਨਾਂ ਦੀ ਲੁੱਟ ਖਸੁੱਟ ਜਿਹੜੀ ਸੀ ਉਹ ਵੱਧ ਗਈ ਸੀਗੀ। ਨਾ ਤਾਂ ਧਰਮ ਦੀ ਕੋਈ ਗੱਲ ਹੀ ਸੀਗੀ ਔਰ ਨਾ ਹੀ ਜਿਹੜਾ ਸੀਗਾ ਕਿਸੇ ਕਿਸਮ ਦਾ ਕੋਈ ਪ੍ਰਚਾਰ ਰਹਿ ਗਿਆ ਸੀਗਾ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦ ਇਸ ਸੰਸਾਰ ਦੇ ਵਿੱਚ ਆਏ ਆ ਅਤੇ ਬਾਬੇ ਨਾਨਕ ਨੇ ਫਿਰ ਇੱਥੇ ਸੱਚ ਦਾ ਉਪਦੇਸ਼ ਦਿੱਤਾ। ਇਹ ਉਪਦੇਸ਼ ਕੁੱਲ ਦੁਨੀਆ 'ਚ ਦੇ ਕੇ ਉਸ ਸੱਚ ਨਿਰੰਕਾਰ ਅਕਾਲ ਪੁਰਖ ਦੇ ਨਾਲ ਜੋੜਿਆ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਹਿੰਦੂ ਮੁਸਲਮਾਨ ਜਾਂ ਹੋਰ ਵੀ ਅਨੇਕ ਧਰਮਾਂ ਦੇ ਲੋਕੀ ਸੀਗੇ ਉਹਨਾਂ ਦੇ ਭਰਮ ਭੁਲੇਖੇ ਦੂਰ ਕਰਕੇ ਸੱਚ ਨਾਮ ਨਿਰੰਕਾਰ ਦੇ ਚਰਨਾਂ ਦੇ ਨਾਲ ਜੋੜਿਆ ਹੈਗਾ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਸੰਸਾਰ ਦੇ ਵਿੱਚ ਆ ਕੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇੱਕ ਨਿਰਮਲ ਪੰਥ ਜਿਹਨੂੰ ਅਸੀਂ ਖਾਲਸਾ ਪੰਥ ਆਖਦੇ ਹਾਂ, ਇਸ ਦਾ ਜਿਹੜਾ ਸੀਗਾ ਉਹ ਸਰੂਪ ਉਸ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਿਆਰ ਕਰਕੇ ਇਸ ਨੂੰ 10 ਜਾਮਿਆਂ ਦੇ ਵਿੱਚ ਪੂਰਾ ਕਰਕੇ ਪੂਰਨ ਖਾਲਸਾ ਜਿਹੜਾ ਸੀਗਾ ਉਹ ਸਾਜਿਆ ਹੈਗਾ। ਸੋ ਇਹ ਜੋ ਖਾਲਸਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਣਾਇਆ ਹੈਗਾ, ਇਸ ਖਾਲਸੇ ਦੇ ਵਿੱਚ ਜਿੰਨੇ ਵੀ ਸਿੱਖ ਜੁੜੇ ਹਨ ਇਹਨੂੰ ਖਾਸ ਕਰਕੇ ਅੱਜ ਅਸੀਂ ਗੋਲਡਨ ਪੀਰੀਅਡ ਦੇ ਨਾਂ ਦੇ ਨਾਲ ਯਾਦ ਕਰਦੇ ਹਾਂ। ਕਿਉਂਕਿ ਉਸ ਟਾਈਮ ਬਾਬੇ ਨਾਨਕ ਨੇ ਇਸ ਪੰਥ ਦੇ ਅੰਦਰ ਜੋ ਵੀ ਪ੍ਰਾਣੀ ਆਇਆ ਹਨ ਉਹਨੂੰ ਪੂਰਨ ਮਨੁੱਖ ਬਣਾਇਆ ਹੈਗਾ। ਜਿਵੇਂ ਪੂਰਨ ਮਨੁੱਖ ਵਾਸਤੇ ਜਿਹੜੇ ਨੇ 4 ਚੀਜ਼ਾਂ ਦਾ ਹੋਣਾ ਲਾਜ਼ਮੀ ਹੈ। ਸੋ ਪਹਿਲੀ ਜਿਹੜੀ ਚੀਜ਼ ਹੈਗੀ ਆ ਇਸ ਪੂਰਨ ਮਨੁੱਖ ਦੀ ਹੈ ਉਹ ਹੈ ਕਸ਼ਤਰੀ, ਕਿ ਇਸ ਨੂੰ ਪਹਿਲਾਂ ਹਨ ਕਸ਼ਤਰੀ ਰਾਜਾ ਬਣਾਇਆ ਹੈਗਾ। ਸੋ ਧਰਮੀ ਰਾਜਾ ਜਿਹੜਾ ਹੈਗਾ ਉਹ ਅਧਰਮੀ ਰਾਜੇ ਨਾਲ ਯੁੱਧ ਕਰਦਾ ਹੈਗਾ। ਸੋ ਪੰਥ ਜਿਹੜਾ ਹੈਗਾ ਪਹਿਲਾਂ ਇਸ ਨੇ ਦੁਸ਼ਟਾਂ ਦਾ ਜਿਹੜਾ ਹੈ ਨਾ ਸੰਘਾਰ ਕੀਤਾ, ਦਮਨ ਕੀਤਾ, ਉਹਨਾਂ ਦੀ ਸਫਾਈ ਕੀਤੀ, ਧਰਮ ਦਾ ਰਾਜ ਕਾਇਮ ਕੀਤਾ। ਫਿਰ ਇਸ ਨੇ ਜਿਹੜੇ ਸੀ ਉਹ ਪੰਡਤ ਬਣਾਏ। ਇਕੱਲੇ ਜਿਹੜੇ ਸੀਗੇ ਉਹ ਜੁਝਾਰੂ ਸਿੰਘ ਨਹੀਂ ਪੈਦਾ ਕੀਤੇ, ਗੁਰਬਾਣੀ ਨਾਲ ਜੁੜਨ ਦੇ ਕਰਕੇ ਉਹਨਾਂ ਨੇ ਪੰਡਤ ਬਣਾਏ ਆ, ਵਿਦਵਾਨ ਪੈਦਾ ਕੀਤੇ ਆ। ਇਹ ਜਿਹੜੇ ਵਿਦਵਾਨ ਪੰਡਤ ਸੀਗੇ ਉਹਨਾਂ ਟਾਈਮਾਂ ਦੇ ਵਿੱਚ 10 ਜਾਮਿਆਂ ਦੇ ਵਿੱਚ ਜਿੰਨੇ ਵੀ ਗੁਰਸਿੱਖ ਹੋਏ ਆ
ਇਹ ਉੱਚ ਕੋਟੀ ਦੇ ਵਿਦਵਾਨ ਹੋਇਆ। ਭਾਵ ਕੀ ਆ, ਹਰੇਕ ਛੋਟੀ ਗੱਲ ਤੋਂ ਲੈ ਕੇ ਵੱਡੀ ਗੱਲ ਨੂੰ ਬੜੇ ਬਰੀਕੀ ਦੇ ਨਾਲ ਸਮਝਦੇ ਸੀਗੇ ਅਤੇ ਇਸ ਸਮਝ ਨੂੰ ਆਪਣੇ ਵਿੱਚ ਕਮਾਉਂਦੇ ਸੀਗੇ ਅਤੇ ਹਮੇਸ਼ਾ ਹੀ ਜਿਹੜੇ ਸੀਗੇ ਇਹ ਗੁਰਸਿੱਖ ਉਸ ਸੱਚ ਨੂੰ ਅੰਦਰ ਧਾਰਨ ਕਰਦੇ ਸੀਗੇ, ਸੱਚ ਦਾ ਉਪਦੇਸ਼ ਕਰਦੇ ਸੀਗੇ ਅਤੇ ਉਹਨਾਂ ਦੇ ਅੰਦਰ ਬਾਹਰ ਦੋਨੇ ਪਾਸੇ ਸੱਚ ਸੀਗਾ। ਜਿਵੇਂ ਬਾਣੀ ਆਖਦੀ ਕਿ ਬਾਹਰੋਂ ਨਿਰਮਲ ਜੀਓ ਨਿਰਮਲ, ਇਹੋ ਜਿਹਾ ਇਹਨਾਂ ਗੁਰਸਿੱਖਾਂ ਦਾ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਜੀਵਨ ਸੀਗਾ। ਸੋ ਇਹ ਜਿਹੜੇ ਗੁਰਸਿੱਖ ਸੀਗੇ ਹਨ, ਇਹਨਾਂ ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਸਤ ਬਚਨ ਜਿਹੜਾ ਸੀਗਾ ਇਹ ਪ੍ਰਧਾਨ ਮੰਨਿਆ ਜਾਂਦਾ ਸੀਗਾ। ਅੱਜ ਕੱਲ੍ਹ ਵਾਂਗੂ ਨਹੀਂ ਹੈ ਕਿ ਕਿਸੇ ਵੀ ਗੱਲ ਦੇ ਉੱਤੇ ਜਿਹੜੀ ਹੈ ਨਾ ਬਿਨਾਂ ਸੋਚੇ ਸਮਝੇ ਤੋਂ ਜਿਹੜੀ ਹੈ ਉਹ ਕਿੰਤੂ ਪ੍ਰੰਤੂ ਕਰਨੀ। ਪਰ ਉਸ ਟਾਈਮ ਅਗਰ ਸਿੱਖਾਂ ਦੇ ਅੰਦਰ ਕੋਈ ਪ੍ਰਸ਼ਨ ਵੀ ਹੁੰਦਾ ਸੀਗਾ ਹੈ ਨਾ, ਅਤੇ ਉਹਨਾਂ ਦਾ ਪੁੱਛਣ ਦਾ ਤਰੀਕਾ ਇਹ ਹੁੰਦਾ ਸੀ ਕਿ ਪੁੱਛਣ ਸਿੰਘ ਅਰਦਾਸ ਕਰ, ਕਿ ਜਦੋਂ ਵੀ ਸਿੰਘ ਪੁੱਛਦੇ ਹਨ ਪਹਿਲੇ ਅਰਦਾਸ ਬੇਨਤੀ ਜੋਦੜੀ ਕਰਕੇ ਕੋਈ ਵੀ ਜਿਹੜੇ ਨੇ ਸਵਾਲ ਉਹ ਪੁੱਛੇ ਜਾਂਦੇ ਸੀਗੇ। ਸੋ ਇਹਨਾਂ ਤਾਂ ਟਾਈਮਾਂ ਦੇ ਵਿੱਚ ਉਸ ਟਾਈਮ ਦੀ ਜਿਹੜੀ ਜੀਵਨ ਦੀ ਕਲਾ ਸੀਗੀ ਉਹ ਇੰਨੀ ਨਿਰਮਲ ਸੀਗੀ, ਇੰਨੀ ਸੁਨਹਿਰੀ ਸੀਗੀ, ਉਸ ਦੇ ਵਿੱਚ ਇੰਨੀ ਪ੍ਰਤੀਤ ਸੀ, ਇੰਨੀ ਨਿਮਰਤਾ ਸੀ, ਜੀਵਨ ਦੇ ਵਿੱਚ ਇੰਨੀ ਮਿਠਾਸ ਸੀ, ਇੰਨਾ ਖੇੜਾ ਸੀਗਾ ਕਿ ਉਹ ਜਿਹੜਾ ਸਮਾਂ ਸੀਗਾ ਪੁਰਾਤਨ ਸਮਾਂ, ਇਸ ਕਰਕੇ ਉਹਨੂੰ ਹੈ ਨਾ ਸੁਨਹਿਰੀ ਸਮੇਂ ਦੇ ਨਾਲ ਅਸੀਂ ਅੱਜ ਵੀ ਯਾਦ ਕਰਦੇ ਹਾਂ। ਸੋ ਇਹ ਸੀਗਾ ਜਿਹੜਾ ਹੈ ਨਾ ਪੁਰਾਤਨ ਸਮਾਂ, ਜਿਹਨੂੰ ਅਸੀਂ ਸੋਨੇ ਦਾ ਜਿਹੜਾ ਹੈ ਨਾ ਸਮਾਂ ਆਖਦੇ ਹਾਂ, ਕਿ ਉਹ ਸਮਾਂ ਜਿਹਦੇ ਵਿੱਚ ਸੋਨਾ ਧਰਮ ਰੂਪੀ ਜਿਹੜੀ ਆਤਮਾ ਸੀਗੀ ਨਾ ਇਹ ਪੂਰੀ ਆਪਣੇ ਜੋਬਨ ਦੇ ਉੱਤੇ ਚਮਕਦੀ ਸੀਗੀ ਅਤੇ ਮੈਲ ਤੋਂ ਰਹਿਤ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਜੀਵਨ ਸੀਗਾ। ਸੋ ਉਹਨਾਂ ਟਾਈਮਾਂ ਦੇ ਵਿੱਚ ਗੁਰਸਿੱਖਾਂ ਦਾ ਜਿਹੜਾ ਸੀਗਾ ਉਹਨਾਂ ਦਾ ਆਪਣਾ ਆਪ ਭਾਵ ਜਿਹੜਾ ਸੀਗਾ ਹੈ ਨਾ ਉਹਨੇ ਬਿਲਕੁਲ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਣ ਕੀਤਾ ਹੋਇਆ ਸੀਗਾ ਅਤੇ ਆਪ ਮੁਰਦਾ ਹੋਏ ਮਰੀਦ ਨਾ ਗੱਲੀ ਹੋਵ ਨਾ, ਐਸੀ ਉਹਨਾਂ ਨੇ ਜਿਹੜੀ ਸੀਗੀ ਇਹ ਬਿਰਤੀ ਅੰਦਰ ਧਾਰਨ ਕਰਕੇ ਰੱਖੀ ਹੋਈ ਸੀ। ਪਰ ਫਿਰ ਜਿਉਂ-ਜਿਉਂ ਸਮਾਂ ਬਦਲਿਆ, ਇਸ ਸਮੇਂ ਦੇ ਵਿੱਚ ਬਹੁਤ ਸਾਰੇ ਕਾਰਨ ਜਿਹੜੇ ਹਨ ਐਸੇ ਬਣੇ ਆ ਜਿਹਦੇ ਕਰਕੇ ਇਹ ਜਿਹੜੇ ਸੋਨਾ ਰੂਪੀ ਜੀਵਨ ਸੀਗਾ ਹੈ ਨਾ ਇਹਨੂੰ ਜੰਗਾਲ ਪੈਣਾ ਸ਼ੁਰੂ ਹੋ ਗਿਆ ਹੈ। ਸੋ ਇਹ ਜਿਹੜੀ ਹੈ ਨਾ ਜਿਹੜੀ ਦਸ਼ਾ ਹੈਗੀ ਇਹ ਸਾਡੀ ਅੱਜ ਦੀ ਹੈ ਨਾ ਵਰਤਮਾਨ ਦਸ਼ਾ ਹੈਗੀ ਆ, ਸਿੱਖੀ ਦੀ ਵਰਤਮਾਨ ਦਸ਼ਾ ਹੈਗੀ ਆ। ਸੋ ਵਰਤਮਾਨ ਦਸ਼ਾ ਇਸ ਕਿਉਂ ਪੈਦਾ ਹੋਈ, ਇਹਦੇ ਹੈ ਨਾ ਕਈ ਕਾਰਨ ਉੱਭਰ ਕੇ ਸਾਹਮਣੇ ਆਉਂਦੇ ਆ। ਪਹਿਲੀ ਤਾਂ ਗੱਲ ਇਹ ਆ ਕਿ ਸਿੱਖ ਜਿਹੜਾ ਹੈ ਨਾ ਜਦੋਂ ਆਪਣਾ ਮੁੰਡ ਦੇ ਨਾਲ ਟੁੱਟ ਜਾਵੇ, ਜੋ ਇਸ ਦਾ ਮੁੰਡ ਹੈ, ਜੋ ਵਿਰਸਾ ਹੈ ਸਿੱਖੀ ਦਾ, ਸਿੱਖੀ ਦੇ ਜੋ ਗੁਰ ਉਪਦੇਸ਼ ਗਹਿਰੇ ਆ, ਜਦੋਂ ਸਿੱਖ ਇਹਦੇ ਨਾਲ ਟੁੱਟਦਾ ਹੈ ਨਾ ਆਪਣੇ ਮੂਲ ਦੇ ਨਾਲੋਂ, ਜਿਵੇਂ ਮੂਲ ਦੇ ਨਾਲੋਂ ਟੁੱਟਿਆ ਕੋਈ ਵੀ ਜਿਹੜਾ ਬੂਟਾ ਹੈ ਨਾ ਉਹ ਫਿਰ ਸੁੱਕਣ ਲੱਗ ਪੈਂਦਾ ਹੈਗਾ। ਇਸ ਕਰਕੇ ਇਸ ਸਿੱਖੀ ਜੀਵਨ ਦੇ ਅੰਦਰ ਜਦੋਂ ਸਿੱਖ ਆਪਣੇ ਮੂਲ ਦੇ ਨਾਲ ਟੁੱਟੇ ਆ ਅਤੇ ਇਹ ਜਿਹੜਾ ਬੂਟਾ ਹੈ ਨਾ ਇਹ ਫਿਰ ਪ੍ਰਫੁੱਲਤ ਹੋਣ ਦੀ ਜਗ੍ਹਾ ਜਿਹੜਾ ਮੁਰਝਾਉਣਾ ਸ਼ੁਰੂ ਹੋ ਗਿਆ ਹੈਗਾ। ਇਹਦੇ ਵਿੱਚ ਖਾਸ ਕਰਕੇ ਸਾਡੀ ਬਦਕਿਸਮਤੀ ਰਹੀ ਹੈ ਕਿ ਸਿੱਖਾਂ ਨੂੰ ਕੋਈ ਐਸਾ ਜਿਹੜਾ ਹੈ ਨਾ ਆਗੂ ਹੈ ਉਹ ਬਹੁਤ ਘੱਟ ਮਿਲਿਆ ਹੈਗਾ ਜਿਹੜਾ ਪੂਰੀ ਸਿੱਖ ਕੌਮ ਨੂੰ ਕਿਸੇ ਖਾਸ ਨਿਯਮ, ਕਿਸੇ ਮਾਲਾ, ਕਿਸੇ ਪ੍ਰੇਮ ਰੂਪੀ ਧਾਗੇ ਦੇ ਵਿੱਚ ਪਰੋ ਸਕੇ। ਸੋ ਇਹ ਜਿਹੜੀ ਹੈ ਨਾ ਕੌਮ ਦੀ ਜਿਹੜੀ ਹੈ ਇਹਨਾਂ ਵਰਤਮਾਨ ਸਮੇਂ ਦੇ ਵਿੱਚ ਜਿਹੜੀ ਹੈ ਇਹ ਬੜੀ ਹੀ ਬਦ ਭਾਗ ਰਹੇ ਹੈ, ਬਦਕਿਸਮਤੀ ਰਹੀ ਹੈ ਇਹਨਾਂ ਸਮਾਂ ਅਜੋਕੇ ਸਮੇਂ ਦੇ ਅੰਦਰ। ਕਿਉਂਕਿ ਅਗਰ ਕੋਈ ਸੱਜਣ ਥੋੜ੍ਹਾ ਬਹੁਤਾ ਇਸ ਸਿੱਖੀ ਦੇ ਬੂਟੇ ਨੂੰ ਆਪਣੇ ਆਪ ਦੀ ਜ਼ਿੰਮੇਵਾਰੀ ਦੇ ਵਿੱਚ ਥੋੜ੍ਹਾ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਦਾ ਹੈਗਾ, ਲੇਕਿਨ ਉਹਦਾ ਪ੍ਰਭਾਵ ਜਿਹੜਾ ਹੈ ਨਾ ਉਹਦਾ ਐਸਾ ਹੁੰਦਾ ਹੈਗਾ ਕਿ ਇਸ ਦੀਆਂ ਸ਼ਾਖਾਵਾਂ ਨੂੰ ਪਾਣੀ ਪਾਉਣ ਵਾਲੇ ਬਹੁਤ ਘੱਟ ਹੁੰਦੇ ਆ, ਪਰ ਗੁਰਸਿੱਖੀ ਦੀ ਜਿਹੜੀ ਹੈ ਨਾ ਜੜ੍ਹ ਹੈਗੀ ਇਹਨੂੰ ਕੱਟਣ ਵਾਲੇ ਬਹੁਤ ਸਾਰੇ ਜਿਹੜੇ ਹੈ ਉਹ ਪ੍ਰਾਣੀ ਹੈ ਇਹਦੇ ਆਲੇ ਦੁਆਲੇ ਪਹਿਲਾਂ ਹੀ ਜਿਹੜੇ ਹੈ ਉਹ ਖੜ੍ਹੇ ਹੋ ਜਾਂਦੇ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਕਈ ਕਾਰਨ ਬਣਦੇ ਆ ਜਿਸ ਕਰਕੇ ਜਿਹੜੇ ਹੈ ਨਾ ਸਿੱਖ ਆਗੂ ਆਪਣੀ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਜਿਹੜੇ ਨਿਭਾ ਨਹੀਂ ਸਕੇ। ਦੂਸਰਾ ਕੀ ਕਾਰਨ ਬਣਿਆ ਇਹਦੇ ਵਿੱਚ ਇਹ ਹੈ ਕਿ ਜੋ ਪਹਿਲਾ ਸਮਾਂ ਸੀਗਾ ਜਿਹਦੇ ਵਿੱਚ ਸਬਰ ਅਤੇ ਸਤ ਸੰਤੋਖ ਪ੍ਰਧਾਨ ਸੀਗਾ, ਪਰ ਅਜੋਕੇ ਸਮੇਂ ਦੇ ਵਿੱਚ ਹੈ ਨਾ ਜਿਹੜਾ ਹੈ ਨਾ ਲੋਭ ਲਹਿਰ ਹੈਗੀ ਆ ਇਹ ਜ਼ਿਆਦਾ ਵਧੀ ਹੈ। ਇਸ ਲੋਭ ਲਹਿਰ ਦੇ ਵਿੱਚ ਖਾਸ ਕਰਕੇ ਰਾਜਨੀਤਿਕ ਕਾਰਨ ਜਿਹੜੇ ਹਨ ਉਹ ਭਾਰੇ ਹੋ ਜਾਂਦੇ ਆ। ਇਹ ਜਿਹੜੇ ਰਾਜਨੀਤਿਕ ਕਾਰਨ ਆ, ਜਿਵੇਂ ਆਪਾਂ ਦੇਖਦੇ ਹਾਂ ਕਿ ਕੁਰਸੀ ਜਾਂ ਜਥੇਦਾਰੀ ਜਾਂ ਵੈਸੇ ਮਹਾਂਤੀ ਦਾ ਜਿਹੜਾ ਮੋਹ ਹੈਗਾ ਗੁਰਸਿੱਖੀ ਦੇ ਵਿੱਚ ਜਿਹੜਾ ਹੈ ਨਾ ਇਹ ਪਤਨ ਦਾ ਕਾਰਨ ਜ਼ਿਆਦਾ ਬਣਿਆ ਹੈਗਾ। ਇਸ ਕਰਕੇ ਸਿੱਖੀ ਨੂੰ ਜਿਹੜੀ ਹੈ ਨਾ ਬਹੁਤ ਜ਼ਿਆਦਾ ਢਾਹ ਲੱਗੀ ਹੈਗੀ ਆ, ਕਿਉਂਕਿ ਰਾਜਨੀਤੀ ਖੇਤਰ ਦੇ ਵਿੱਚ ਜਿਵੇਂ ਸਾਮ ਦਾਮ ਡੰਡ ਭੇਦ ਇਹ ਸਾਰੇ ਜਿਹੜੇ ਹਨ ਤਰੀਕੇ ਵਰਤੇ ਜਾਂਦੇ ਆ। ਸੋ ਇਹ ਹੀ ਤਰੀਕੇ ਜਿਹੜੇ ਹੈਗੇ ਉਹ ਉਸ ਟਾਈਮ ਰਾਜਨੀਤਿਕ ਜਿਹੜੇ ਜਿੰਨੇ ਵੀ ਆਗੂ ਸੀਗੇ
ਚਾਹੇ ਉਹਨਾਂ ਨੇ ਬਾਣੇ ਜਿਹੜੇ ਸੀ ਉਹ ਸਿੱਖੀ ਦੇ ਜ਼ਰੂਰ ਮੁਖੌਟੇ ਪਾਏ ਆ, ਪਰ ਅੰਦਰ ਉਹਨਾਂ ਦੀ ਜਿਹੜੀਆਂ ਇਹ ਚਾਲਾਂ ਸੀਗੀਆਂ, ਇਹਦੇ ਨਾਲ ਜਿਹੜੀ ਆ ਅਜੋਕੇ ਸਮੇਂ ਦੇ ਵਿੱਚ ਸਿੱਖੀ ਨੂੰ ਬਹੁਤ ਜਿਹੜੀ ਹੈ ਨਾ ਢਾਹ ਲੱਗੀ ਹੈ। ਤੀਸਰਾ ਕੀ ਹੈ ਕਿ ਸਾਡੇ ਖਾਸ ਕਰਕੇ ਜਿਹੜੇ ਪਰਿਵਾਰਕ ਮੋਹ ਆ ਨਾ, ਇਹਨਾਂ ਪਰਿਵਾਰਕ ਮੋਹ ਦਾ ਜਿਹੜਾ ਜੰਜਾਲ ਹੈਗਾ ਇਹ ਬਹੁਤ ਵੱਧ ਗਿਆ ਹੈਗਾ। ਪੁਰਾਤਨ ਸਮੇਂ ਦੇ ਵਿੱਚ ਜਿਹੜੇ ਸਿੰਘ ਸੀਗੇ ਹਨ, ਉਹਨਾਂ ਦੇ ਅੰਦਰ ਸਮਦ੍ਰਿਸ਼ਟੀ ਪ੍ਰਧਾਨ ਸੀਗੀ। ਸੋ ਸਮਦ੍ਰਿਸ਼ਟੀ ਪ੍ਰਧਾਨ ਹੋਣ ਕਰਕੇ ਜਿਹੜੇ ਗੁਰਸਿੱਖ ਸੀਗੇ ਉਹ ਆਪਣਾ ਭਲੇ ਨੂੰ ਤਿਆਗ ਕੇ, ਆਪਣੇ ਕਾਰਜ ਨੂੰ ਤਿਆਗ ਕੇ ਸਰਬੱਤ ਦੇ ਕਾਰਜ ਨੂੰ ਕਰਨ ਵਾਸਤੇ ਸਭ ਤੋਂ ਵੱਧ ਪਹਿਲ ਦਿੰਦੇ ਹੁੰਦੇ ਸੀ। ਪਰ ਅਜੋਕਾ ਸਮਾਂ ਹੁਣ ਇੰਨਾ ਜਿਹੜਾ ਹੈਗਾ ਉਹ ਸੀਮਿਤ ਹੋ ਗਿਆ ਕਿ ਸਿੱਖ ਦੀ ਜਿਹੜੀ ਹੈ ਨਾ ਦ੍ਰਿਸ਼ਟੀ ਹੈ, ਬੁੱਧੀ ਹੈਗੀ ਆ, ਉਹ ਆਪਣੇ ਤਲ ਤੱਕ ਹੀ ਜਿਹੜੀ ਸੀਮਿਤ ਹੋ ਕੇ ਰਹਿ ਗਈ ਹੈ। ਗਵਾਂਢ ਭਾਵਾਂ ਜਿਹੜਾ ਉਹ ਕਿਸੇ ਵੀ ਮੁਸ਼ਕਲ ਜਾਂ ਮੁਸੀਬਤ ਦੇ ਵਿੱਚ ਹੋਵੇ, ਸਾਡਾ ਉੱਧਰ ਜਿਹੜਾ ਨਾ ਉੱਕਾ ਹੀ ਖਿਆਲ ਨਹੀਂ ਜਾਂਦਾ। ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ ਹੈਗਾ ਕਿ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਸੋ ਇਹ ਜਿਹੇ ਹਿਸਾਬ ਜਿਹੜੇ ਹਨ ਸਾਡੇ ਅਜੋਕੇ ਸਮੇਂ ਦੇ ਵਿੱਚ ਬਣ ਗਏ ਆ। ਤੀਸਰਾ ਕੀ ਹੈ ਕਿ ਸਾਡੇ ਵਿੱਚ ਇੱਕ ਨਾ ਜਾਤੀਵਾਦ ਦਾ ਪ੍ਰਭਾਵ ਜਿਹੜਾ ਹੈਗਾ ਇਹ ਕਾਫੀ ਵੱਧ ਗਿਆ ਹੈ। ਦੇਖੋ ਮਹਾਰਾਜ ਨੇ ਜਿਹੜੇ ਸੀਗੇ ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਸੰਗਤ ਪੰਗਤ ਸਾਰੀ ਜਗ੍ਹਾ ਇੱਕ ਜਗ੍ਹਾ ਇਕੱਠੀ ਕਰਕੇ ਊਚ ਨੀਚ ਤਾਂ ਸਾਰੇ ਜਿਹੜੇ ਆ ਜਾਤ ਪਾਤ ਦੇ ਭਿੰਨ ਭੇਦ ਮਿਟਾਏ ਆ। ਇੱਥੋਂ ਤੱਕ ਕਲਗੀਧਰ ਮਹਾਰਾਜ ਨੇ ਜਦ ਪੰਜਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਹੈਗਾ, ਸਾਰੀਆਂ ਜਾਤਾਂ 'ਚ ਸਾਰਿਆਂ ਇਲਾਕਿਆਂ ਤੋਂ ਸਿੱਖ ਆ ਕੇ ਜਿਹੜੇ ਇਹਦੇ ਵਿੱਚ ਸਿੰਘ ਸਜੇ ਹੈਗੇ ਆ ਅਤੇ ਸਭ ਨੂੰ ਇੱਕੋ ਹੀ ਬਾਟੇ 'ਚ ਅੰਮ੍ਰਿਤ ਛਕਾ ਕੇ ਊਚ ਨੀਚਤਾ ਜਾਤ ਪਾਤ ਭਿੰਨ ਭੇਦ ਸਾਰੇ ਮਿਟਾਏ ਆ। ਪਰ ਇਹ ਜਿਹੜਾ ਜਾਤ ਪਾਤ ਦਾ ਜੋ ਵਿਖਰੇਵਾਂ ਸੀ ਮਹਾਰਾਜ ਨੇ ਜੋ ਧਰਮ ਦੇ ਵਿੱਚ ਦੂਰ ਕੀਤਾ ਸੀਗਾ, ਪਰ ਅਸਲ ਦੇ ਵਿੱਚ ਅਸੀਂ ਦੇਖਦੇ ਹਾਂ ਆਮ ਤੌਰ 'ਤੇ ਕਿ ਅਜੇ ਵੀ ਸਾਡੀ ਹੁਣ ਜਿਹੜੀ ਜਾਤੀਵਾਦਤਾ ਹੈਗੀ ਆ ਇਹ ਅਜੇ ਵੀ ਸਾਡੇ ਅੰਦਰ ਇਹ ਬਿਮਾਰੀ ਜਿਹੜੀ ਹੈ ਇਹ ਇੱਕ ਕੈਂਸਰ ਦੀ ਤਰ੍ਹਾਂ ਖਾਸ ਕਰਕੇ ਉੱਚ ਜਾਤੀਆਂ ਦੇ ਅੰਦਰ ਜਿਹੜੀ ਹੈਗੀ ਆ ਇਹ ਜ਼ਿਆਦਾ ਪਾਈ ਜਾਂਦੀ ਹੈ। ਸੋ ਕੋਈ ਆਪਣੇ ਆਪ ਨੂੰ ਇਹ ਨਹੀਂ ਕਹਿੰਦਾ ਕਿ ਮੇਰੀ ਜਾਤ ਸਿੱਖ ਹੈ ਤਾਂ ਮੇਰਾ ਗੋਤ ਸਿੰਘ ਹੈ, ਲੇਕਿਨ ਇਹ ਜਾਤੀ ਪਾਤ ਦਾ ਜਿਹੜਾ ਹੈ ਢੰਡੋਰਾ ਹੈਗਾ ਜੋ ਅਜੋਕੇ ਸਮੇਂ ਦੇ ਵਿੱਚ ਜਿਹੜਾ ਫਿਰ ਰਿਹਾ ਹੈਗਾ, ਇਹ ਵੀ ਜਿਹੜਾ ਹੈ ਨਾ ਇਸ ਸਿੱਖੀ ਨੂੰ ਢਾਹ ਲਾਉਣ ਦੇ ਵਿੱਚ ਬਹੁਤ ਭਾਰੂ ਜਿਹੜਾ ਮਾਰੂ ਹਮਲਾ ਕਰ ਰਿਹਾ ਹੈਗਾ। ਇਸ ਤੋਂ ਬਾਅਦ ਅਸੀਂ ਇਹ ਵੀ ਦੇਖਦੇ ਹਾਂ ਕਿ ਸਾਡੇ ਅੰਦਰ ਜਿਹੜੀ ਨਾ ਸਾਧ ਸੰਗਤ ਦੀ ਸੇਵਾ ਹੈਗੀ ਆ ਇਹਦੀ ਵੀ ਘਾਟ ਬਹੁਤ ਮਹਿਸੂਸ ਕੀਤੀ ਜਾ ਰਹੀ ਆ ਕਿ ਅਜੋਕੇ ਸਮੇਂ ਦੇ ਵਿੱਚ ਅਸੀਂ ਆਪਣੇ ਕੰਮ ਕਾਰ ਦੇ ਲੋਭ ਲਾਲਚ ਇੰਨੇ ਵਧਾ ਲਏ ਕਿ ਇੱਕ ਕੰਮ ਛੱਡ ਕੇ ਫਿਰ ਦੂਸਰਾ ਕਰਦੇ ਹਾਂ, ਦੂਸਰਾ ਛੱਡ ਕੇ ਫਿਰ ਤੀਸਰਾ ਕਰਦੇ ਹਾਂ। ਇਸ ਪੈਸੇ ਦੀ ਦੌੜ ਦੇ ਅੰਦਰ ਸਾਡੇ ਅੰਦਰ ਇਹ ਕਦੀ ਵਿਚਾਰ ਨਹੀਂ ਫੁਰਿਆ ਹੈਗਾ ਕਿ ਅਸੀਂ ਸਾਧ ਸੰਗਤ ਦੀ ਸੇਵਾ ਕਰਨੀ ਹੈ ਜਾਂ ਗੁਰੂ ਘਰ ਦੇ ਵਿੱਚ ਝਾੜੂ ਦੇਣਾ ਹੈ, ਬਰਤਨਾਂ ਦੀ ਸਫਾਈ ਕਰਨੀ ਹੈ ਜਾਂ ਹੋਰ ਵੀ ਜਿਹੜੀਆਂ ਉੱਚ ਸੇਵਾ ਅਸੀਂ ਕਰਨੀਆਂ ਹੈਗੀਆਂ, ਇੱਧਰ ਸਾਡਾ ਖਿਆਲ ਤੱਕ ਨਹੀਂ ਆਉਂਦਾ ਕਿਉਂਕਿ ਅਸੀਂ ਆਪਣੇ ਸਰੀਰ ਨੂੰ ਆਪਣੇ ਹੱਥਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮਿੱਟੀ ਜਿਹੜੀ ਹੈ ਉਹ ਲੱਗਣ ਦੇਣੀ ਨਹੀਂ ਚਾਹੁੰਦੇ ਹੈਗੇ। ਅਤੇ ਇਸ ਕਰਕੇ ਜਿਹੜਾ ਹੈ ਨਾ ਅਸੀਂ ਹੈ ਸਾਧ ਸੰਗਤ ਦੀ ਸੇਵਾ ਦੀ ਘਾਟ ਤੋਂ ਜਿਹੜੇ ਹੈਗੇ ਆ ਇਹਦੇ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਹਾਂ, ਇਸ ਸੇਵਾ ਤੋਂ ਕੋਹਾਂ ਦੂਰ ਹੋ ਚੁੱਕੇ ਹਾਂ। ਤਾਂ ਅਗਲਾ ਕਾਰਨ ਜਿਹੜਾ ਹੈਗਾ ਸਾਡਾ ਇਹ ਵੀ ਬਣਦਾ ਹੈ ਕਿ ਸਾਡੇ ਅੰਦਰ ਜਿਹੜੀ ਇੱਕ ਫੈਸ਼ਨ ਦੀ ਦੌੜ ਹੈਗੀ ਹੈ ਨਾ ਇਹ ਵੀ ਦੇਖੋ ਦੇਖੀ ਬਹੁਤ ਪ੍ਰਬਲ ਹੋ ਗਈ ਆ ਕਿ ਸਾਡਾ ਜਿਹੜਾ ਧਿਆਨ ਆ ਖਾਸ ਕਰਕੇ ਜਿਹੜਾ ਹੈ ਨਾ ਪੱਛਮੀ ਪ੍ਰਭਾਵ ਹੈਗਾ ਉਹ ਸਾਡੇ ਉੱਤੇ ਜ਼ਿਆਦਾ ਪ੍ਰਭਾਵਿਤ ਕਰ ਗਿਆ ਹੈ। ਇਸ ਤਰ੍ਹਾਂ ਫਿਰ ਅਸੀਂ ਪੱਛਮੀ ਢੰਗ ਦੇ ਨਾਲ ਉਹ ਖਾਣਾ ਪੀਣਾ ਸ਼ੁਰੂ ਕਰ ਦਿੱਤਾ, ਉਸੇ ਤਰ੍ਹਾਂ ਦੇ ਜਿਹੜੇ ਪਹਿਰਾਵੇ ਆ ਕੱਪੜੇ ਆ ਪਾਉਣੇ ਸ਼ੁਰੂ ਕਰ ਦਿੱਤੇ ਆ। ਸਾਡੀ ਬੋਲ ਚਾਲ ਦੇ ਅੰਦਰ ਜਿਹੜੇ ਹੈ ਨਾ ਉਹ ਕਈ ਤਰ੍ਹਾਂ ਦੇ ਜਿਹੜੇ ਅੰਤਰ ਆਉਣੇ ਸ਼ੁਰੂ ਹੋ ਗਏ ਆ। ਇਸ ਕਰਕੇ ਸਾਡੇ ਜਿਹੜੀ ਕੰਮ ਦੀ ਇਕਸੁਰਤਾ ਹੈਗੀ ਆ, ਵਰਤਾਰਾ ਹੈਗਾ, ਉਹਦੇ ਵਿੱਚ ਜਿਹੜਾ ਸਾਦਾਪਨ ਜਿਹੜਾ ਹੈਗਾ ਉਹ ਬਹੁਤ ਘੱਟ ਗਿਆ ਹੈਗਾ ਅਤੇ ਉਹਦੇ ਵਿੱਚ ਦਿਖਾਵਾਪਨ ਜਿਹੜਾ ਹੈ ਉਹ ਜ਼ਿਆਦਾ ਆ ਗਿਆ ਹੈਗਾ। ਸੋ ਇਸ ਤਰ੍ਹਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜਾ ਹੈ ਨਾ ਬਾਹਰਲੇ ਕਈ ਬਹੁਤ ਸਾਰੇ ਨਵੇਂ ਧਰਮ ਹੈਗੇ ਆ ਜਿਹੜੇ ਹੋਂਦ ਵਿੱਚ ਆਏ ਆ। ਇਹ ਜਿਹੜੇ ਨਵੇਂ ਧਰਮ ਹੋਂਦ ਵਿੱਚ ਆਏ ਆ ਜਿਹੜੇ ਆਮ ਕਰਕੇ ਭੋਲੇ ਭਾਲੇ ਲੋਕਾਂ ਨੂੰ ਜਿਹੜਾ ਹੈ ਨਾ ਕਈ ਤਰ੍ਹਾਂ ਦੇ ਲੋਭ ਜਾਂ ਸਬਜ਼ ਭਾਵ ਦਿਖਾ ਕੇ ਉਹਨਾਂ ਨੂੰ ਭਰਮਾ ਕੇ ਜਦੋਂ ਉਹ ਆਪਣਾ ਸਵਾਰਥ ਕੱਢਦੇ ਆ, ਇਹਦੇ ਨਾਲ ਵੀ ਆਮ ਜਿਹੜਾ ਸਿੱਖ ਆ ਨਾ ਉਹਨਾਂ ਜਾਂ ਨਵੇਂ ਧਰਮਾਂ ਦੀ ਜਿਹੜੀ ਹੈਗੀ ਆ ਉਹ ਚਕਾਚੌਂਧ ਆ ਉਹਦੇ ਵਿੱਚ ਸਹਿਜ ਦੇ ਵਿੱਚ ਹੀ ਫਸ ਜਾਂਦਾ ਹੈਗਾ ਕਿਉਂਕਿ ਇਹੋ ਜਿਹੇ ਜਿਹੜੇ ਹੈਗੇ ਭੋਲੇ ਭਾਲ ਲੋਕ ਆ ਆਮ ਤੌਰ 'ਤੇ ਉਹ ਅਸਲ ਗੁਰ ਗਿਆਨ ਤੋਂ ਜਿਹੜੇ ਉਹ ਸੱਖਣੇ ਹੁੰਦੇ ਹੈ। ਸੋ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਕਾਰਨ ਜਿਹੜੇ ਅਸੀਂ ਦੇਖਦੇ ਹਾਂ ਕਿ ਜਿਹਦੇ ਕਰਕੇ ਹੈ ਨਾ ਸਾਡੀ ਜਿਹੜੀ ਵਰਤਮਾਨ ਦੀ ਦਸ਼ਾ ਹੈਗੀ ਆ ਉਹ ਬਹੁਤ ਹੀ ਤਰਸਯੋਗ ਹੋ ਗਈ ਆ। ਸੋ ਜਦੋਂ ਸਾਡੀ ਦਸ਼ਾ ਜਿਹੜੀ ਉਹ ਤਰਸਯੋਗ ਹੋ ਗਈ, ਇਸ ਤਰਸਯੋਗ ਦਸ਼ਾ ਦੇ ਅੰਦਰ ਹੈ ਨਾ ਸਾਡੇ ਅੰਦਰ ਜਿਹੜਾ ਹੈਗਾ ਇਹ ਜੋ ਸਮਾਂ ਹੈਗਾ ਜਾਂ ਇਉਂ ਕਹਿ ਲਓ ਕਿ ਇਸ ਦਾ ਜੋ ਫਲ ਨਿਕਲਦਾ ਹੈਗਾ
ਇਹ ਜਿਹੜਾ ਸਮਾਂ ਹੈਗਾ ਇਹਦਾ ਫਲ ਜਿਹੜਾ ਹੈ ਨਾ ਇਹ ਖਾਸ ਕਰਕੇ ਇਹ ਬਣਦਾ ਹੈਗਾ ਕਿ ਹਰੇਕ ਆਦਮੀ ਦੇ ਜੀਵਨ ਦੇ ਅੰਦਰ ਨਾ ਸਮੱਸਿਆ ਪੈਦਾ ਹੋ ਗਈਆਂ ਹੈ। ਸੋ ਐਸਾ ਜਿਹੜਾ ਹੈ ਨਾ ਇਹ ਜੀਵਨ ਹੈਗਾ, ਇਹ ਵਰਤਮਾਨ ਦਸ਼ਾ ਸਾਡੀ ਆ, ਇਹ ਜਿਹੜੀ ਚੀਜ਼ ਹੈ ਇਹਨੂੰ ਹੈ ਨਾ ਕਨਫਿਊਜ਼ਡ ਪ੍ਰੈਜੈਂਟ ਅਸੀਂ ਸਹਿਜੇ ਤੌਰ 'ਤੇ ਆਖ ਸਕਦੇ ਹਾਂ ਕਿ ਹਰੇਕ ਆਦਮੀ ਜਿਹੜਾ ਹੈਗਾ ਉਹ ਸਮੱਸਿਆ ਦੇ ਵਿੱਚ ਘਿਰਿਆ ਹੋਇਆ। ਇੱਕ ਸਮੱਸਿਆ ਨੇ ਹੱਲ ਨਹੀਂ ਹੁੰਦੀ ਤਾਂ ਉਹਦੇ ਕਰਕੇ 10 ਸਮੱਸਿਆ ਜਿਹੜੀਆਂ ਹੋਰ ਜਿਹੜੀਆਂ ਹੈ ਸਹਿਜ ਦੇ ਵਿੱਚ ਖੜੀਆਂ ਹੋ ਜਾਂਦੀਆਂ। ਜੋ ਵਿਚਾਰਨ ਦੀ ਗੱਲ ਹੈਗੀ ਆ ਉਹ ਇਹ ਹੈ ਕਿ ਅਗਰ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈਗਾ ਉੱਚਾ ਚੁੱਕਣਾ ਹੈਗਾ, ਇਸ ਜੀਵਨ ਨੂੰ ਉਹ ਜੀਵਨ ਦੇ ਵਿੱਚ ਲੈ ਕੇ ਜਾਣਾ ਹੈਗਾ ਜਿਸ ਜੀਵਨ ਦੀ ਸਾਨੂੰ ਸੋਝੀ ਆ ਉਹ ਮਹਾਂਪੁਰਖਾਂ ਨੇ ਗੁਰਬਾਣੀ ਦੇ ਨਾਲ ਜਿਹੜੀ ਹੈ ਉਹ ਸਾਨੂੰ ਦੱਸੀ ਹੈਗੀ ਆ। ਇਹ ਭੁੱਲਿਆ ਹੋਇਆ ਜਿਹੜਾ ਜੀਵ ਹੈ ਨਾ, ਜਦੋਂ ਆਪਣੇ ਇਸ ਜੀਵਨ ਨੂੰ, ਆਪਣੇ ਮੁੱਢ ਨੂੰ, ਆਪਣੀ ਅਸਲੀਅਤ ਨੂੰ ਜਾਣੂਗਾ, ਸੋ ਜਾਣਨ ਦੇ ਨਾਲ ਹੀ ਇਹਦੀ ਜਿਹੜੀ ਹੈ ਨਾ ਸਦਾ ਵਾਸਤੇ ਸਦਗਤੀ ਹੋਊਗੀ। ਕਿਉਂਕਿ ਅੱਜ ਦੇ ਇਸ ਮਾਹੌਲ ਦੇ ਕਾਰਨ ਆਮ ਕਰਕੇ ਗੁਰਸਿੱਖੀ ਜੀਵਨ ਦੇ ਅੰਦਰ ਜਿਹੜਾ ਹੈ ਨਾ ਬਹੁਤ ਸਾਰਿਆਂ ਦੇ ਜਿਹੜੇ ਨਾ ਪ੍ਰਭਾਵ ਹੈ ਸਿੱਧੇ ਤੇ ਅਸਿੱਧੇ ਹਰੇਕ ਸਿੱਖ ਦੇ ਉੱਤੇ ਪੈਂਦੇ ਆ, ਜਦ ਕਰਕੇ ਆਮ ਸਿੱਖ ਜਿਹੜੇ ਆ ਗੁਰਬਾਣੀ ਦੇ ਨਾਲ ਟੁੱਟ ਜਾਂਦੇ ਆ। ਜਦੋਂ ਬਾਣੀ ਤੋਂ ਸਿੰਘ ਟੁੱਟਦਾ ਹੈਗਾ, ਕੋਈ ਵੀ ਸਿੱਖ ਪੁਰਾਣੀ ਬਾਣੀ ਤੋਂ ਟੁੱਟਦਾ ਹੈਗਾ, ਬਾਣੀ ਤੋਂ ਟੁੱਟਣ ਤੋਂ ਭਾਵ ਹੀ ਹੈ ਕਿ ਉਹ ਆਪਣੀ ਮੂਲ ਤੋਂ ਟੁੱਟ ਗਿਆ। ਮੂਲ ਤੋਂ ਟੁੱਟਿਆ ਬ੍ਰਿਕਸ਼ ਜਿਹੜਾ ਹੈ ਨਾ ਉਹ ਕਦੀ ਵੀ ਹਰਾ ਨਹੀਂ ਹੁੰਦਾ, ਸਗੋਂ ਜਿਹੜਾ ਹੈ ਨਾ ਇਹ ਬੂਟਾ ਮੁਰਝਾਉਂਦਾ ਹੈਗਾ। ਇਸ ਕਰਕੇ ਉਹਦਾ ਜਿਹੜਾ ਹੈ ਨਾ ਜੀਵਨ ਹੈਗਾ ਉਹ ਮੁਰਝਾ ਜਾਂਦਾ ਹੈਗਾ। ਜਿਵੇਂ ਗੁਰਬਾਣੀ ਦੇ ਫਰਮਾਨ ਬਿਨ ਸਿਮਰਨ ਹੈ ਆਤਮਘਾਤੀ, ਕਿ ਬਿਨਾਂ ਸਿਮਰਨ ਬਿਨਾਂ ਜਾਤ ਤੋਂ ਇਹ ਜਿਹੜਾ ਜੋ ਪ੍ਰਾਣੀ ਹੈਗਾ ਇਹ ਆਤਮਘਾਤੀ ਹੋ ਜਾਂਦਾ ਹੈ। ਭਾਵ ਕਿ ਉਹ ਦੂਸਰੇ ਦਾ ਭਲਾ ਕੀ ਕਰਨਾ ਹੈਗਾ, ਉਹ ਆਪਣਾ ਜੀਵਨ ਵੀ ਜਿਹੜਾ ਹੈ ਨਾ ਉਹਦੇ ਵਿੱਚ ਉਹ ਇੰਨਾ ਨਰਕੀ ਸੋਚ ਦੇ ਵਿੱਚ ਚਲਾ ਜਾਂਦਾ ਹੈਗਾ ਕਿ ਉਹਨੂੰ ਸਾਰੀ ਸੁੱਧ ਬੁੱਧ ਗਿਆਨ ਜਿਹੜਾ ਹੈ ਨਾ ਭੁੱਲ ਜਾਂਦੀ। ਭਾਵ ਕਿ ਉਹਦੀ ਜਿਹੜੀ ਸੁਰਤ ਹੈ ਨਾ ਉਹ ਪਸ਼ੂਆਂ ਤੋਂ ਵੀ ਜਿਹੜੀ ਹੈ ਉਹ ਨੀਵੀਂ ਚਲੀ ਜਾਂਦੀ ਹੈ। ਦੂਸਰਾ ਕੀ ਹੈ ਕਿ ਸਾਡਾ ਜਿਹੜਾ ਹੈ ਨਾ ਸਿਮਰਨ ਹੈਗਾ, ਜਦ ਗੁਰਬਾਣੀ ਤੋਂ ਟੁੱਟ ਗਏ ਤੇ ਸਿਮਰਨ ਤੇ ਸਾਡਾ ਸਹਿਜ ਵਿੱਚ ਹੀ ਟੁੱਟ ਜਾਂਦਾ ਹੈਗਾ। ਜਿਹੜੀ ਸਿਮਰਨ ਜੋ ਨਿਰੰਤਰ ਯਾਰ ਉਸ ਅਕਾਲ ਪੁਰਖ ਪਰਮੇਸ਼ਰ ਦੀ ਬਣਨੀ ਚਾਹੀਦੀ ਆ, ਉਹ ਉਸ ਅਕਾਲ ਪੁਰਖ ਦੀ ਜਾਤ ਤੋਂ ਅਸੀਂ ਸਦਾ ਲਈ ਜਿਹੜੇ ਟੁੱਟ ਗਏ ਆ। ਜਦੋਂ ਸਿਮਰਨ ਤੋਂ ਟੁੱਟ ਗਏ ਤੇ ਫਿਰ ਸਾਡਾ ਜਦ ਅੰਮ੍ਰਿਤ ਵੇਲਾ ਹੈਗਾ, ਜੋ ਅੰਮ੍ਰਿਤ ਵੇਲੇ ਦੇ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਮਿਲਣ ਦਾ ਸਮਾਂ ਹੈਗਾ, ਉਹ ਵੀ ਸਾਡੇ ਨਾਲੋਂ ਜਿਹੜਾ ਹੈਗਾ ਉਹ ਨਾਲ ਹੀ ਟੁੱਟ ਜਾਂਦਾ ਹੈਗਾ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਕੀਰਤਨ ਸੁਣਨ ਦਾ ਜਿਹੜਾ ਉਹ ਰੁਚੀ ਹੈਗੀ ਉਹ ਦਿਨੋਂ ਦਿਨ ਘਟ ਰਹੀ ਹੈ। ਕਿਉਂਕਿ ਕੀਰਤਨ ਦੇ ਨਾਲੋਂ ਅਸੀਂ ਖਾਸ ਕਰਕੇ ਦੁਨਿਆਵੀ ਜਿਹੜੇ ਹਨ ਗਾਣੇ ਹੈਗੇ ਆ, ਉਹਨਾਂ ਦੇ ਜਿਹੜੇ ਕੰਨ ਰਸ ਸਾਡੇ ਜਿਹੜੇ ਨਵੀਂ ਪਨੀਰੀ ਆ ਉਹਦੇ ਵੱਲੋਂ ਜ਼ਿਆਦਾ ਪ੍ਰੇਰਿਤ ਹੋ ਰਹੀ ਹੈ। ਕਿਉਂਕਿ ਇਹ ਤਾਂ ਉਹ ਗੱਲ ਹੋਈ ਹੈ ਕਿ ਜੋ ਅਸਲ ਚੀਜ਼ ਆ ਹੈ ਨਾ ਉਸ ਨੂੰ ਜਿਹੜਾ ਛੱਡ ਕੇ ਅਸੀਂ ਨਕਲ ਦੇ ਵੱਲ ਜ਼ਿਆਦਾ ਤੁਰ ਪਏ ਹੈ। ਕਿਉਂਕਿ ਸਾਡਾ ਸੁਭਾਅ ਜਿਹੜਾ ਨਾ ਊਠ ਵੱਲ ਹੋ ਗਿਆ ਕਿ ਜਿਵੇਂ ਊਠ ਜਿਹੜਾ ਹੈਗਾ ਉਹ ਕਣਕ ਦਾ ਖੇਤ ਛੱਡ ਕੇ ਖਾਸ ਕਰਕੇ ਕੰਡਿਆਲੀ ਝਾੜੀਆਂ ਜਿਹੜੀਆਂ ਉਹਦੇ ਵੱਲ ਨੂੰ ਭੱਜਦਾ ਹੈਗਾ। ਬਸ ਉਹੀ ਸਾਡੀ ਜਿਹੜੀ ਹੈ ਨਾ ਰੁਚੀ ਹੋ ਗਈ ਆ। ਸੋ ਅਗਲਾ ਕੀ ਹੁੰਦਾ ਕਿ ਸਾਡਾ ਜਿਹੜਾ ਹੈ ਨਾ ਜੋ ਸੇਵਾ ਭਾਵ ਹੈ ਇਹ ਵੀ ਟੁੱਟ ਗਿਆ ਹੈ। ਕਿਉਂ ਪੁਰਾਤਨ ਸਮੇਂ ਦੇ ਵਿੱਚ ਸਿੱਖੀ ਦੇ ਵਿੱਚ ਸੇਵਾ ਪ੍ਰਧਾਨਤਾ ਜਿਹੜੀ ਸੀ ਸਭ ਤੋਂ ਜਿਹੜੀ ਹੈ ਉਹ ਵੱਧ ਮੰਨੀ ਜਾਂਦੀ ਸੀ। ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੀ ਹੈ ਨਾ ਸੇਵਾ ਪ੍ਰਧਾਨਤਾ ਹੈਗੀ ਇਸ ਤੋਂ ਆਮ ਕਰਕੇ ਅਸੀਂ ਜਿਹੜੇ ਹੈ ਸੰਕੋਚ ਕਰਨ ਲੱਗ ਪਏ ਹਾਂ। ਭਾਵ ਕੀ ਹੈ ਕਿ ਸਾਡੇ ਹੱਥ ਜਿਹੜੇ ਹਨ ਇਸ ਤਰ੍ਹਾਂ ਦੇ ਹੋ ਗਏ ਆ ਕਿ ਜਿਹਦੇ ਅੰਦਰ ਸੇਵਾ ਦੀ ਅਸੀਂ ਕੋਈ ਵੀ ਜੋ ਫਲ ਰੂਪੀ ਕਾਲਕ ਹੈਗੀ ਆ ਉਸ ਤੋਂ ਲਾਉਣ ਤੋਂ ਬੜਾ ਗਰਹੇਜ ਕਰਦੇ ਹਾਂ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਅਸੀਂ ਜਦ ਸੇਵਾ ਤੋਂ ਟੁੱਟ ਗਏ ਆ, ਇਹ ਸੇਵਾ ਜਿਹੜੀ ਦੁਰਲੱਭ ਹੈਗੀ ਆ, ਇਹ ਦੁਰਲੱਭ ਸੇਵਾ ਕੇਵਲ ਤੇ ਕੇਵਲ ਇਸ ਮਨੁੱਖੀ ਜਨਮ ਵਿੱਚ ਹੀ ਪ੍ਰਾਪਤ ਹੋ ਸਕਦੀ ਆ। ਸੋ ਇਹ ਵੀ ਜਿਹੜਾ ਅਵਸਰ ਹੈਗਾ ਨਾ ਅਸੀਂ ਗਵਾ ਚੁੱਕੇ ਹਾਂ। ਇਸ ਤੋਂ ਬਾਅਦ ਸਾਡੇ ਦੁਨਿਆਵੀ ਖਿਆਲ ਹੋਰ ਤਰ੍ਹਾਂ ਦੇ ਜਿਹੜੇ ਇਸ ਢੰਗ ਦੇ ਬਣ ਗਏ ਕਿ ਸਾਡੇ ਅੰਦਰ ਜਿਹੜੇ ਹਨ ਫਜ਼ੂਲ ਖਰਚੀ ਹੈਗੀ ਆ ਉਹ ਕਈ ਤਰ੍ਹਾਂ ਦੇ ਨਾਲ ਵੱਧ ਗਈ ਆ। ਫਜ਼ੂਲ ਖਰਚੀ ਵਧਣ ਦੇ ਨਾਲ ਇਨਸਾਨ ਦੇ ਵਿੱਚ ਜਿਹੜਾ ਹੈ ਨਾ ਵਿਹਲੜ ਹੋਣਾ ਹੈਗਾ। ਭਾਵ ਕੀ ਹੈ ਕਿ ਕੋਈ ਵੀ ਕੰਮ ਰੁਚੀ ਲਾ ਕੇ ਨਹੀਂ ਕਰਨਾ ਹੈਗਾ, ਕਿਸੇ ਵੀ ਕੰਮ ਨੂੰ ਪਹਿਲ ਦੇ ਆਧਾਰ 'ਤੇ ਨਹੀਂ ਕਰਨਾ ਹੈਗਾ, ਕਿਸੇ ਜ਼ਿੰਮੇਵਾਰੀ ਨਾਲ ਨਹੀਂ ਕਰਨਾ ਹੈਗਾ। ਕੇਵਲ ਤੇ ਕੇਵਲ ਉਹ ਕੰਮ ਅਸੀਂ ਕਰਦੇ ਹਾਂ ਕਿ ਜਿਹਦੇ ਨਾਲ ਸਾਡੀ ਸਵਾਰਥ ਦੀ ਸਿੱਧੀ ਹੋਵੇ, ਨਾ ਤਾਂ ਸਾਡੇ ਕੰਮਾਂ ਦੇ ਵਿੱਚ ਪਾਰਦਰਸ਼ੀ ਜਿਹੜੀਆਂ ਚੀਜ਼ਾਂ ਬਣਦੀਆਂ ਹੈ। ਭਾਵ ਕਿ ਅਸੀਂ ਹਰੇਕ ਚੀਜ਼ ਦੇ ਵਿੱਚ ਖਾਸ ਕਰਕੇ ਧਨ ਦੌਲਤ ਦੀ ਖਿੱਚ ਦੇ ਵਿੱਚ ਹੈ ਨਾ ਹਮੇਸ਼ਾ ਹੀ ਇਹ ਸਾਡੀ ਜਿਹੜੀ ਰੁਚੀ ਉਹ ਰਹਿੰਦੀ ਹੈਗੀ ਹੈ ਕਿ ਅਸੀਂ ਕੋਈ ਵੀ ਕੰਮ ਹੋਵੇ ਉਹਦੇ ਵਿੱਚ ਖਾਸ ਕਰਕੇ ਅਸੀਂ ਪੈਸੇ ਦੀ ਭਾਲ ਜਾਂ ਧਨ ਦੌਲਤ ਦੀ ਦਿਸ਼ਾ ਦੇ ਵੱਲ ਜਿਹੜੇ ਹਨ ਉਹ ਤੱਕਦੇ ਰਹਿੰਦੇ ਹੈਗੇ ਆ। ਇਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਸਾਡਾ ਖਾਣ ਪੀਣ ਦੇ ਸੰਜਮ, ਪਹਿਨਣ ਦੇ ਸੰਜਮ, ਕੱਪੜੇ ਦੇ ਸੰਜਮ, ਸੌਣ ਦੇ ਸੰਜਮ, ਇਹ ਸਾਰੀਆਂ ਚੀਜ਼ਾਂ ਸਾਡੇ ਤੋਂ ਦੂਰ ਹੋ ਗਈਆਂ ਹੈ।
ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜਾ ਸਿੱਖ ਬਣਾਏ ਸੀ ਹੈ ਨਾ, ਉਹ ਸਿੱਖ ਬਾਬੇ ਨੇ ਸੋਹਣਾ ਬਣਾਏ ਸੀ, ਸਮੇਰ ਪਰਬਤ ਦੀ ਤਰ੍ਹਾਂ ਬਣਾਏ ਸੀ। ਜਿਵੇਂ ਸਮੇਰ ਪਰਬਤ ਉਹ ਅਚਲ ਹੈਗਾ, ਬਹੁਤ ਉੱਚਾ ਲੰਬਾ ਹੁੰਦਾ ਹੈ, ਉਸ ਦੇ ਉੱਤੇ ਜਿਹੜਾ ਹੈ ਕਿਸੇ ਵੀ ਤੱਤ ਵਸਤੂ ਦਾ, ਹਵਾ ਪਾਣੀ ਦਾ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ। ਸੋ ਪੁਰਾਤਨ ਜਿਹੜੇ ਗੁਰਸਿੱਖ ਸੀਗੇ ਉਹ ਵੀ ਸਮੇਰ ਪਰਬਤ ਦੀ ਤਰ੍ਹਾਂ ਉੱਚੇ ਸੁੱਚੇ ਅਤੇ ਅਟਲ ਹੁੰਦੇ ਸੀਗੇ, ਅਤੇ ਕੋਈ ਵੀ ਚੀਜ਼ ਉਹਨਾਂ ਨੂੰ ਪ੍ਰਭਾਵਿਤ ਨਹੀਂ ਸੀ ਕਰ ਸਕਦੇ। ਪਰ ਅੱਜ ਸਾਡੀ ਜਿਹੜਾ ਦੁਰਦਸ਼ਾ ਉਹ ਇਸ ਤਰ੍ਹਾਂ ਹੈਗੀ ਆ, ਜਿਵੇਂ ਇੱਕ ਦਰਖਤ ਤੋਂ ਟੁੱਟਿਆ ਹੋਵੇ ਪੱਤਾ ਹੋਵੇ ਤਾਂ ਉਸ ਪੱਤੇ ਨੂੰ ਹਵਾ ਜਿੱਧਰ ਵੀ ਉਡਾ ਕੇ ਲੈ ਜਾਵੇ, ਉਸੇ ਤਰ੍ਹਾਂ ਅਸੀਂ ਜਿਹੜੇ ਉਹ ਜਾ ਰਹੇ ਹਾਂ। ਇਸ ਕਰਕੇ ਇਸ ਸੋਨੇ ਰੂਪੀ ਸਿੱਖੀ ਨੂੰ ਜਿਹੜਾ ਹੈਗਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੋ ਜੰਗਾਲ ਪੈ ਗਿਆ ਹੈਗਾ, ਇਹ ਸਾਡੀ ਜਿਹੜੀ ਦੁਰਦਸ਼ਾ ਬਣ ਗਈ ਹੈਗੀ ਨਾ, ਇਹ ਹਾਲਤ ਬੜੀ ਤਰਸਯੋਗ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ 84 ਲੱਖ ਜੂਨਾਂ ਤੋਂ ਬਾਅਦ ਜੋ ਸਾਨੂੰ ਇਹ ਅਵਸਰ ਮਿਲਿਆ ਹੈਗਾ, ਖਾਸ ਕਰਕੇ ਸਿੱਖੀ ਦੇ ਵਿੱਚ, ਜਿਹਨੂੰ ਮਹਾਂਪੁਰਖਾਂ ਦੇ ਬਚਨ ਆ ਕਿ 21 ਜਨਮ ਦੀ ਬੰਦਗੀ ਹੋਵੇ ਤਾਂ ਕਿਸੇ ਗੁਰਸਿੱਖ ਦੇ ਘਰ ਕਿਸੇ ਵੀ ਪ੍ਰਾਣੀ ਦਾ ਜਿਹੜਾ ਉਹ ਜਨਮ ਹੁੰਦਾ ਹੈਗਾ, ਕਿ ਉਹਨੇ ਸਿੱਖੀ ਧਾਰਨ ਕਰਨੀ ਹੈਗੀ ਆ। ਇਸ ਸਿੱਖੀ ਧਾਰਨ ਕਰਕੇ ਉਹਨੇ ਆਪਣੇ 84 ਲੱਖ ਜੂਨਾਂ ਦੇ ਵਿੱਚ ਜੋ ਉਹਦੀਆਂ ਇਛਾਵਾਂ ਜਾਂ ਸੰਕਲਪ ਸੀਗਾ, ਜੋ ਉਹਦਾ ਅਧੂਰਾਪਨ ਸੀਗਾ ਹੈ ਨਾ, ਇਸ ਮੌਕੇ ਦੇ ਵਿੱਚ ਉਸਨੇ ਪੂਰਾ ਕਰਨਾ ਹੈ। ਅਤੇ ਪੂਰਾ ਤਦੇ ਹੀ ਹੋਵੇਗਾ ਜਦੋਂ ਉਹ ਸਿੱਖੀ ਦੇ ਵਿੱਚ ਪੂਰਨ ਤੌਰ 'ਤੇ ਜੁੜੇਗਾ, ਸਤ ਬਚਨ ਦਾ ਧਾਰਨੀ ਹੋਏਗਾ। ਅਤੇ ਜਦ ਸਤ ਬਚਨ ਦਾ ਧਾਰਨੀ ਹੋ ਕੇ ਇਸ ਸੱਚ ਦੀ ਕਮਾਈ ਨੂੰ ਆਪਣੇ ਜੀਵਨ ਦੇ ਵਿੱਚ ਘਾਲੇਗਾ, ਅਤੇ ਇਹ ਕਮਾਈ ਘਾਲ ਕੇ ਤਾਂ ਫਿਰ ਉਹ ਆਪਣੇ ਜੀਵਨ ਦੇ ਵਿੱਚ ਸਭ ਤੋਂ ਉੱਚਾ ਅਤੇ ਸੁੱਚਾ ਹੋ ਸਕਦਾ ਹੈ। ਅਤੇ ਇਸ ਉੱਚ ਅਤੇ ਸੁੱਚਤਾ ਜਿਹੜੀ ਹੈਗੀ ਆ ਉਸ ਦੀ ਐਸੀ ਬਣ ਜਾਂਦੀ ਹੈਗੀ ਆ ਕਿ ਜਿਸ ਨੂੰ ਦੇਖਦੇ ਸਾਰੀ ਉਹ ਬੜੇ ਮਾਣ ਦੇ ਨਾਲ ਇਹ ਗੱਲ ਕਹਿ ਸਕਦਾ ਹੈ ਕਿ ਐਸੀ ਲਾਲ ਤੁਧ ਬਿਨ ਕੌਣ ਕਰੇ, ਗਰੀਬ ਨਿਵਾਜ ਗਸਾਈਆਂ ਮੇਰਾ ਮਾਥੇ ਛਤਰ ਧਰੇ। ਪਰ ਉਹਦੇ ਫਿਰ ਮਨ ਦੇ ਵਿੱਚ ਇਹ ਗੱਲ ਜਿਹੜੀ ਹੈ ਨਾ ਜ਼ਰੂਰ ਆ ਜਾਂਦੀ ਹੈ ਕਿ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਬੜ ਭਾਗੀ ਪਾਇਆ, ਕਿ ਮੈਂ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਭੁੱਲ ਗਿਆ ਸੀਗਾ। ਲੇਕਿਨ ਮੈਨੂੰ ਭੁੱਲੇ ਹੋਏ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਆਪਣਾ ਸ਼ਬਦ ਰੂਪੀ ਉਪਦੇਸ਼ ਗਿਆਨ ਦੇ ਕੇ ਮੈਨੂੰ ਇਸ ਭੁੱਲੇ ਰਸਤੇ ਤੋਂ ਸਿੱਧੇ ਰਸਤੇ ਪਾਇਆ ਹੈਗਾ। ਸੋ ਇਹੋ ਜਿਹਾ ਜਿਹੜਾ ਗੁਰੂ ਹੈਗਾ, ਆਪ ਨਿਰੰਕਾਰ ਕਲਾ ਧਰ ਜਗ ਮੈਂ ਪਰਵਰਿਓ, ਵੱਡੇ ਭਾਗਾਂ ਕਰਕੇ ਪ੍ਰਾਪਤ ਹੋਇਆ ਹੈਗਾ। ਸੋ ਇਹ ਜਿਹੜਾ ਸਮਾਂ ਹੈਗਾ ਇਸ ਨੂੰ ਬੜੇ ਸੰਭਾਲਣ ਦੀ ਲੋੜ ਹੈਗੀ ਆ, ਕਿਉਂਕਿ ਅਗਰ ਇਹ ਸਮਾਂ ਹੱਥੋਂ ਚਲੇ ਗਿਆ ਇੱਕ ਵਾਰ, ਇਹ ਜਿੰਨੇ ਸੰਸਾਰ ਦੇ ਜਿਹੜੇ ਰੰਗ ਤਮਾਸ਼ੇ ਹਨ ਇਹ ਤਾਂ ਇੱਥੇ ਹੀ ਰਹਿ ਜਾਣਗੇ। ਫਿਰ ਜਿਵੇਂ ਗੁਰਬਾਣੀ ਦਾ ਫਰਮਾਨ ਹੈਗਾ ਹੈ ਨਾ, ਉਹ ਫਰਮਾਨ ਫਿਰ ਸਾਨੂੰ ਉਸ ਦਰਗਾਹ ਦੇ ਵਿੱਚ ਯਾਦ ਹਮੇਸ਼ਾ ਰਹੇਗਾ ਕਿ ਬਿਨ ਭਾਗਾਂ ਸਤ ਸੰਗਤ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਕੋਈ ਵੱਡੇ ਭਾਗਾਂ ਤੋਂ ਬਗੈਰ ਫਿਰ ਸੰਗਤ ਨਹੀਂ ਲੱਭਦੀ। ਅਗਰ ਸੰਗਤ ਲੱਭਦੀ ਹੈ ਤਾਂ ਅਸੀਂ ਸੰਗਤ ਦੇ ਵਿੱਚ ਨਹੀਂ ਜਾਂਦੇ। ਇਸ ਕਰਕੇ ਜਦ ਸੰਗਤ 'ਚ ਨਹੀਂ ਜਾਵਾਂਗੇ ਤਾਂ ਫਿਰ ਸਾਡਾ ਜੀਵਨ ਕਿਵੇਂ ਉੱਚਾ ਅਤੇ ਸੁੱਚਾ ਹੋ ਸਕਦਾ ਹੈ, ਕਿਉਂਕਿ ਸਾਡਾ ਜੀਵਨ ਇੱਕ ਮੱਛੀ ਦੀ ਨਿਆਈ ਬਣ ਗਿਆ ਹੈਗਾ ਕਿ ਜਿਹੜੀ ਮੱਛੀ ਜਦ ਤੱਕ ਸਮੁੰਦਰ ਦੇ ਵਿੱਚ ਰਹਿੰਦੀ ਆ ਉਹ ਸਮੁੰਦਰ ਦੇ ਪਾਣੀ ਦੀ ਮਹਿਮਾ ਨਹੀਂ ਜਾਣਦੀ, ਪਰ ਜਦੋਂ ਕਿਸੇ ਸ਼ਿਕਾਰੀ ਦੇ ਹੱਥ ਦੇ ਵਿੱਚ ਚੜ੍ਹ ਜਾਂਦੀ ਆ ਅਤੇ ਜਦ ਉਹ ਸ਼ਿਕਾਰੀ ਉਹਨੂੰ ਸਮੁੰਦਰ ਦੇ ਪਾਣੀ ਵਿੱਚੋਂ ਕੱਢ ਕੇ ਆਪਣੇ ਨਾਲ ਲੈ ਜਾਂਦਾ ਹੈਗਾ, ਫਿਰ ਉਹਨੂੰ ਸਮੁੰਦਰ ਯਾਦ ਆਉਂਦਾ ਹੈਗਾ। ਇਸ ਤਰ੍ਹਾਂ ਅਸੀਂ ਜੀਵ ਜੰਤੂਆਂ ਦਾ ਵੀ ਦੇਖਦੇ ਹਾਂ ਕਿ ਜਦ ਤੱਕ ਉਹ ਜੰਗਲ 'ਚ ਹੁੰਦੇ ਆ ਉਹ ਜੰਗਲ ਦੀ ਮਹਿਮਾ ਨਹੀਂ ਜਾਣਦੇ, ਪਰ ਜਦ ਸ਼ਿਕਾਰੀ ਦੇ ਹੱਥ 'ਚ ਉਹ ਜੀਵ ਜੰਤੂ ਚੜ੍ਹ ਜਾਂਦੇ ਆ ਤਾਂ ਫਿਰ ਉਹ ਜੰਗਲ ਦੀ ਜਿਹੜੀ ਹੈ ਨਾ ਜੋ ਬਹਾਰ ਹੁੰਦੀ ਆ ਉਹ ਫਿਰ ਜੀਵ ਜੰਤੂ ਦੇ ਮਨ ਦੇ ਵਿੱਚ ਜਿਹੜੀ ਹੈ ਨਾ ਉਹ ਤੜਫ ਪੈਦਾ ਕਰਦੀ ਆ। ਇਹ ਜਿਹੜੀ ਹੈ ਨਾ ਕਾਰਨ ਬਣਦੇ ਹੈ ਕਿ ਜਿਵੇਂ ਕੋਈ ਸੁਹਾਗਣ ਹੋਵੇ, ਪਰ ਅਗਰ ਉਹ ਆਪਣੇ ਪਤੀ ਦੀ ਸੁਹਾਗ ਦੇ ਸਮੇਂ ਪਰਵਾਹ ਨਾ ਕਰੇ, ਪਰ ਅਗਰ ਉਹ ਸਮਾਂ ਜਿਹੜਾ ਹੈਗਾ ਉਹਦੇ ਹੱਥੋਂ ਚਲਿਆ ਜਾਵੇ, ਉਹਦਾ ਪਤੀ ਉਹਨੂੰ ਵਿਛੋੜਾ ਦੇ ਜਾਵੇ, ਫਿਰ ਉਹਨੂੰ ਆਪਣੇ ਪਤੀ ਦੀ ਯਾਦ ਜਿਹੜੀ ਉਹ ਸਤਾਉਂਦੀ ਆ। ਉਹਨੂੰ ਪਤਾ ਲੱਗਦਾ ਹੈ ਕਿ ਜੋ ਸਮਾਂ ਮੈਨੂੰ ਮਿਲਿਆ ਸੀਗਾ ਉਹਦੇ ਵਿੱਚ ਮੈਂ ਆਪਣੇ ਪਤੀ ਦੀ ਸੇਵਾ ਨਹੀਂ ਕਰ ਸਕੀ। ਇਸ ਕਰਕੇ ਸਿੱਖੀ ਦੇ ਵਿੱਚ ਇਹ ਜਿਹੜਾ ਸਮਾਂ ਹੈ ਨਾ ਇਹਨੂੰ ਸੰਭਾਲਣ ਦੀ ਲੋੜ ਹੈਗੀ ਆ। ਕਿਤੇ ਇਹ ਨਾ ਹੋ ਗਏ ਕਿ ਇਹ ਸਮਾਂ ਜਿਹੜਾ ਹੈਗਾ ਇਹ ਸਾਡੇ ਹੱਥੋਂ ਨਿਕਲ ਜਾਵੇ ਤਾਂ ਅਸੀਂ ਉਸ ਜਗ੍ਹਾ ਚਲੇ ਜਾਈਏ ਜਿੱਥੇ ਮੋੜ ਜਿਹੜੀ ਬਾਬੇ ਨਾਨਕ ਦੀ ਸਿੱਖੀ ਆ ਨਾ ਇਹ ਸਾਡੇ ਤੋਂ ਹਜ਼ਾਰਾਂ ਯੁੱਗ ਜਿਹੜੀ ਹੈ ਉਹ ਪਿੱਛੇ ਚਲੀ ਜਾਵੇ, ਦੂਰ ਚਲੀ ਜਾਵੇ। ਫਿਰ ਮਨ ਦੇ ਵਿੱਚ ਪਛਤਾਵਾ ਜਿਹੜਾ ਹੈ ਇਸੇ ਤਰ੍ਹਾਂ ਹੁੰਦਾ ਜਿਵੇਂ ਮੱਛੀ ਨੂੰ ਸਮੁੰਦਰ ਦਾ, ਜਾਨਵਰਾਂ ਨੂੰ ਜੰਗਲ ਦਾ ਅਤੇ ਸੁਹਾਗਣ ਨੂੰ ਪਤੀ ਦਾ। ਸੋ ਅੱਜ ਬਹੁਤ ਜਾਗਰਤ ਹੋਣ ਦੀ ਲੋੜ ਹੈਗੀ ਆ
ਕਿ ਸਾਨੂੰ ਜਿਹੜਾ ਇਹ ਜੰਗ ਸੋਨੇ ਨੂੰ ਪੈ ਗਿਆ ਹੈਗਾ, ਇਸ ਜੰਗ ਨੂੰ ਉਤਾਰਨ ਦਾ ਜਿਹੜਾ ਇੱਕੋ ਇੱਕ ਤਰੀਕਾ ਹੈ ਉਹ ਜੋ ਸਾਨੂੰ ਮਨੁੱਖ ਅਵਸਰ ਮਿਲਿਆ ਗੁਰਸਿੱਖੀ ਦੇ ਅੰਦਰ, ਬਸ ਇਸ ਅਵਸਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਦੇ ਨਾਲ ਚਰਨਾਂ ਨਾਲ ਜੁੜ ਕੇ ਬਾਬੇ ਨਾਨਕ ਦਾ ਲੜ ਫੜ ਕੇ ਇਸ ਭਵ ਸਾਗਰ ਤੋਂ ਪਾਰ ਹੋਣਾ ਹੀ ਸਾਡੇ ਜੀਵਨ ਦਾ ਅਸਲੀ ਮਨੋਰਥ ਹੈ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।